ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਤੁਸੀਂ ਦੇਖ ਰਹੇ ਹੋ ਪੰਜਾਬ ਬੋਲਦਾ ਨਿਊਜ਼ ਦਾ ਖਾਸ ਪ੍ਰੋਗਰਾਮ ਹਕੀਕਤ ਲਹਿਰਾਂ। ਮੈਂ ਹਾਂ ਗੁਰਪ੍ਰੀਤ ਸਿੰਘ ਐਲ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਨਾਲ ਮਿਲਾਉਂਦੇ ਹਾਂ, ਉਹਨਾਂ ਦੀ ਜ਼ਿੰਦਗੀ ਤੋਂ ਜਾਣੂ ਕਰਾਉਂਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਸੂਲਪੁਰ ਮੱਲਾ ਵਿਖੇ, ਜਿੱਥੇ ਦੁਨੀਆ ਦੇ ਉਹ ਸ਼ਾਇਰ ਗਿਆਨੀ ਬਚਿੱਤਰ ਸਿੰਘ ਜੀ ਰਸੂਲਪੁਰੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੀਤ ਗਾਏ, ਗੀਤਾਂ ਤੋਂ ਸ਼ੁਰੂਆਤ ਕੀਤੀ, ਕਵਿਸ਼ਰੀ ਕੀਤੀ ਔਰ ਬਹੁਤ ਸਾਰੇ ਨਾਮਵਰ ਢਾਡੀ ਔਰ ਕਲਾਕਾਰਾਂ ਨੂੰ ਉਹਨਾਂ ਨੇ ਆਪਣੀ ਕਲਮ ਦਿੱਤੀ। ਉਹਨਾਂ ਦੇ ਪਰਿਵਾਰ ਵਿੱਚ ਅੱਜ ਅਸੀਂ ਪਹੁੰਚੇ ਹਾਂ। ਉਹਨਾਂ ਦੇ ਗੁਰ ਭਾਈ ਬਾਬਾ ਸਿੱਧੂ ਜੀ ਵੀ ਸਾਡੇ ਨਾਲ ਨੇ, ਜਿਹੜੇ ਬਹੁਤ ਮਹਾਨ ਹਸਤੀ ਆਪਣੇ ਸਮੇਂ ਦੇ ਵਿੱਚ ਰਹੇ ਆ। ਆਓ ਮੈਂ ਕੈਮਰਾਮੈਨ ਨੂੰ ਕਹੂੰਗਾ ਬਚਿੱਤਰ ਸਿੰਘ ਜੀ ਰਸੂਲਪੁਰੀ ਦੇ ਪਰਿਵਾਰ ਵੱਲ ਇੱਕ ਵਾਰ ਕੈਮਰੇ ਦੀ ਝਾਤ ਮਰਵਾਈ ਜਾਵੇ ਤਾਂ ਆਪਾਂ ਇੰਟਰਵਿਊ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਬਚਿੱਤਰ ਸਿੰਘ ਜੀ ਰਸੂਲਪੁਰੀ ਦੇ ਪਰਿਵਾਰਕ ਮੈਂਬਰਾਂ ਤੋਂ ਆਪਾਂ ਇੰਟਰਵਿਊ ਸ਼ੁਰੂ ਕਰਾਂਗੇ। ਆਓ ਮਿਲਦੇ ਹਾਂ ਇਸ ਮਾਨਮੱਤੇ ਪਰਿਵਾਰ ਨੂੰ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ੍ਰੀ ਅਕਾਲ। ਆਪ ਜੀ ਦਾ ਨਾਮ ਕੀ ਹੈ ਜੀ? ਸਵਰਨ ਸਿੰਘ ਢਾਲੀਵਾਲਾ ਜੀ ਮੇਰਾ ਨਾਮ। ਵੀਰ ਜੀ, ਬਚਿੱਤਰ ਸਿੰਘ ਰਸੂਲਪੁਰੀ ਸਾਹਿਬ ਜਿਨ੍ਹਾਂ ਨੇ ਕਵਿਸ਼ਰੀ ਵੀ ਕੀਤੀ ਹਾਂਜੀ ਔਰ ਗੀਤ ਵੀ ਗਾਏ, ਤਾਂ ਪਰਿਵਾਰ ਦੇ ਵਿੱਚ ਹੋਰ ਉਹਨਾਂ ਦੀ ਇਸ ਚੇਟਕ ਨਾਲ ਸੰਬੰਧ ਰੱਖਦੇ ਹੋਏ ਤੁਹਾਡੇ ਪਰਿਵਾਰ 'ਚ ਹੋਰ ਵੀ ਕੋਈ ਗੀਤਕਾਰੀ ਕਰਦਾ ਹੈ ਜਾਂ ਗਾਇਕੀ ਕਰਦਾ ਹੈ? ਸਾਡੇ ਪਰਿਵਾਰ ਦੇ ਵਿੱਚ ਜੀ ਤਕਰੀਬਨ 1-2 ਜੀ ਬਚੇ ਹੋਣਗੇ ਜਿਨ੍ਹਾਂ ਨੂੰ ਇਹ ਲਗਨ ਨਹੀਂ ਲੱਗੀ ਹੋਣੀ ਲਿਖਣ ਦੀ ਜਾਂ ਗਾਉਣ ਦੀ। ਨਹੀਂ, ਤਕਰੀਬਨ ਸਾਡਾ ਸਾਰਾ ਪਰਿਵਾਰ ਹੀ ਗਾਉਂਦਾ ਵੀ ਅਤੇ ਲਿਖਦਾ ਵੀ। ਆਓ, ਮੇਰੇ ਵੀਰ ਰਣਜੀਤ ਸਿੰਘ ਜੀ ਢਾਲੀਵਾਲ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਜੀ ਐਸਾ ਨਹੀਂ, ਸਵਰਨਜੀਤ ਸਿੰਘ ਢਾਲੀਵਾਲ ਨੇ ਦੱਸਿਆ ਕਿ ਕੋਈ ਵੀ ਐਸਾ ਜੀ ਨਹੀਂ ਜਿਹਨੂੰ ਚੇਟਕ ਨਾ ਲੱਗੀ ਹੋਵੇ ਲਿਖਣ ਦੀ ਜਾਂ ਗਾਉਣ ਦੀ। ਤਾਂ ਬਚਿੱਤਰ ਸਿੰਘ ਰਸੂਲਪੁਰੀ ਨੂੰ ਜੇ ਚੇਟਕ ਲੱਗੀ, ਉਹ ਮਾਨਮੱਤੀ ਸ਼ਖਸੀਅਤ ਉਹਨਾਂ ਦੇ ਗੁਰ ਭਾਈ ਬਾਬਾ ਸਿੱਧੂ ਜੀ ਸਾਡੇ ਨਾਲ ਨੇ। ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਬਾ ਸਾਹਿਬ। ਸਤਿ ਸ੍ਰੀ ਅਕਾਲ ਜੀ। ਇਹ ਬਚਿੱਤਰ ਸਿੰਘ ਰਸੂਲਪੁਰੀ ਸਾਹਿਬ ਤੁਹਾਡੇ ਪਿਤਾ ਦੇ ਸ਼ਾਗਿਰਦ ਰਹੇ ਨੇ? ਹਾਂਜੀ। ਤਾਂ ਇਹਨਾਂ ਨੇ ਕਿੰਨਾ ਸਮਾਂ ਉਹਨਾਂ ਨਾਲ ਗੁਜ਼ਾਰਿਆ ਤੇ ਤੁਹਾਡਾ ਇਹਨਾਂ ਨਾਲ ਕਿਹੋ ਜਿਹਾ ਪਿਆਰ ਸੀ? ਮੈਂ ਉਦੋਂ ਬਚਪਨ 'ਚ ਸੀਗਾ ਬਾਬਾ, ਤੇ ਇਹਨਾਂ ਨੇ ਬਹੁਤ ਹੀ ਸਮਾਂ ਗੁਜ਼ਾਰਿਆ ਮੇਰੇ ਬਾਪੂ ਜੀ ਨਾਲ। ਬਾਹਰ ਜਾਂਦੇ ਸੀਗੇ ਪ੍ਰੋਗਰਾਮਾਂ ਤੇ ਔਰ ਕਵਿਸ਼ਰੀ ਕਰਦੇ ਹੁੰਦੇ ਸੀ। ਅੱਛਾ, ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀ ਔਰ ਲਿਖਦੇ ਕੀ ਸੀ? ਮੇਰੇ ਪਿਤਾ ਜੀ ਦਾ ਨਾਮ ਕਵਿਸ਼ਰ ਮੇਰ ਸਿੰਘ ਗਊਸ਼ਾਲਾ ਵਾਲਾ ਵੱਜਦਾ ਸੀ। ਕੱਲੀਆਂ ਕਵਿਸ਼ਰੀਆਂ ਲਿਖੀਆਂ ਜਾਂ ਹੋਰ ਵੀ ਧਾਰਮਿਕ ਗੀਤ? ਨਾ, ਆਪਾਂ ਉਹਨਾਂ ਦੇ ਸਮੇਂ 'ਚ ਕਵਿਸ਼ਰੀ ਹੁੰਦੀ ਸੀਗੀ ਤੇ ਗਊਸ਼ਾਲਾ ਦੀ ਸੇਵਾ ਕਰਦੇ ਹੁੰਦੇ ਸੀ। ਗਊਆਂ ਦੇ ਲਈ ਨਾ ਤੂੜੀ ਲਿਆਉਂਦੇ ਹੁੰਦੇ ਸੀ ਗਾ ਕੇ, ਖਾੜਾ ਲਾ ਕੇ ਸਟੇਜ ਤੇ, ਮਤਲਬ ਪਿੰਡਾਂ ਦੇ ਵਿੱਚ ਖਾੜੇ ਲਾਉਣੇ, ਜਿਹਦੇ ਵਿੱਚ ਪੁਰਾਣੇ ਸੂਰਮਿਆਂ ਦੀਆਂ, ਪੁਰਾਣੇ ਭਗਤਾਂ ਦੀਆਂ ਕਥਾਵਾਂ ਸੁਣਾਉਣੀਆਂ। ਫਿਰ ਤੂੜੀ ਦੀਆਂ ਪੰਡਾਂ ਲਿਖਣੀਆਂ ਵੀ ਕਿਹੜੇ ਦਿੰਦਾ ਗਊਸ਼ਾਲਾ ਵਾਸਤੇ, ਉਹ ਲਿਖਾਉਂਦੇ ਹੁੰਦੇ ਸੀਗੇ। ਤੇ ਮੇਰੇ ਪਿਤਾ ਜੀ ਨੇ ਤਾਂ ਸੇਵਾ ਹੀ ਕੀਤੀ ਹੈ ਗਊਆਂ ਦੀ। ਆਓ ਪਿਆਰੇ ਦਰਸ਼ਕੋ, ਮੈਂ ਦੱਸ ਦੇਵਾਂ, ਇਹ ਬਾਬਾ ਸਿੱਧੂ ਜੀ ਉਹ ਇਨਸਾਨ ਨੇ ਜਿਨ੍ਹਾਂ ਨੇ ਮਾਂ ਦੇ ਪ੍ਰਥਾਏ ਬਹੁਤ ਵੱਡੀ ਕਲਮ ਨਾਲ ਮਾਂ ਦਾ ਦਰਦ ਵੀ ਲਿਖਿਆ ਔਰ ਮਾਂ ਦੀ ਦੇਣ ਵੀ ਬਿਆਨ ਕੀਤੀ। ਰੱਬ ਦੀ ਦੇਣ, ਮੈਂ ਖੁਦ ਵੀ ਇਹਨਾਂ ਨੂੰ ਪਹਿਲਾਂ ਮਿਲ ਚੁੱਕਾ, ਅੱਜ ਦੂਸਰੀ ਵਾਰ ਮਿਲਣ ਦਾ ਮੌਕਾ ਮਿਲਿਆ। ਤਾਂ ਇਹ ਉਹ ਸ਼ਖਸੀਅਤਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਗਾਇਆ ਕਰਦੇ ਸੀ ਔਰ ਬਾਬਾ ਜੀ ਨੇ ਬਹੁਤ ਟਾਈਮ ਗਾਇਆ। ਆਓ ਕੁਝ ਨਾ ਕੁਝ ਇਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਨੇ ਕਿੰਨਾ ਸਮਾਂ ਗਾਇਆ। ਅੱਜ ਭਾਵੇਂ ਇਹ ਸਰੀਰਕ ਤੌਰ ਤੇ ਕਾਇਮ ਨਹੀਂ, ਪਰ ਗਾਇਕੀ ਅੱਜ ਵੀ ਕਾਇਮ ਹੈ।
ਬਾਬਾ ਜੀ ਤੁਸੀਂ ਆਪਣੀ ਜਵਾਨੀ ਦੇ ਵਿੱਚ ਜਦੋਂ ਗਾਣਾ ਸ਼ੁਰੂ ਕੀਤਾ ਕਿੰਨਾ ਸਮਾਂ ਔਰ ਕਿਹੋ ਜਿਹਾ ਗਾਇਆ? ਮੈਂ ਤਕਰੀਬਨ ਯੋਧਿਆਂ ਦੀਆਂ ਬਾਲ ਜਾਂ ਭਗਤਾਂ ਦੇ ਸਟੋਰੀਆਂ, ਕਬੀਰ ਭਗਤ ਜੀ, ਰਵਿਦਾਸ ਭਗਤ ਜੀ, ਗੁਰੂ ਨਾਨਕ ਦੇਵ ਜੀ, ਇਹਨਾਂ ਦੀਆਂ ਸਟੋਰੀਆਂ ਲਿਖ ਕੇ ਆਪ ਆਪਣੇ ਕਲਮ ਦੇ ਨਾਲ ਤੇ ਬਣਾ ਕੇ ਉਹ ਗਾਈਆਂ ਤੇ ਰਿਕਾਰਡ ਵੀ ਬੜੇ ਹੋਏ ਕੀਤੇ। ਭਾਵੇਂ ਅੱਜ ਤੁਸੀਂ ਸਰੀਰਕ ਤੌਰ ਤੇ ਨਹੀਂ ਚੱਲ ਫਿਰ ਸਕਦੇ ਬਾਹਲਾ, ਪਰ ਤੁਹਾਡੀ ਗਾਇਕੀ ਅੱਜ ਵੀ ਕਾਇਮ ਹੈ। ਮੈਂ ਚਾਹੁੰਦਾ ਤੁਸੀਂ ਦਰਸ਼ਕਾਂ ਨੂੰ ਉਹ ਜਿਹੜੇ ਪਿਛਲੇ ਸਮੇਂ ਦੇ ਮਾਂ ਵਾਲੇ ਗੀਤ ਸੀ ਜੋ ਤੁਹਾਡੇ ਬੜੇ ਮਕਬੂਲ ਹੋਏ ਆ, ਉਹ ਦੋ ਲੈਣਾ ਸਾਡੇ ਦਰਸ਼ਕਾਂ ਨੂੰ ਸੁਣਾਓਗੇ? ਅੱਛਾ। ਉਹ ਮਾਮਾ ਦੀ ਤਲੋੜ ਰਹਿੰਦੀ ਪੁੱਤਾਂ ਨੂੰ ਉਮਰ ਸਾਰੀ, ਸੁੱਖ ਹੁੰਦੇ ਮਾਮਾ ਦੇ ਬੜੇ, ਕਿਸੇ ਦੀ ਰੱਬਾ ਮਾਂ ਨਾ ਮਰੇ, ਕਿਸੇ ਦੀ ਰੱਬਾ ਮਾਂ ਨਾ ਮਰੇ। ਇਹ ਮਾਂ ਦੀ ਇੱਕ ਵਿਲੱਖਣਤਾ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ ਮਾਂ ਰੱਬ ਦਾ ਦੂਜਾ ਰੂਪ ਹੈ। ਬਾਬਾ ਜੀ ਨੇ ਕਿਹਾ ਆਪਣੀ ਕਲਮ ਦੇ ਵਿੱਚ, ਕਿਸੇ ਦੀ ਰੱਬਾ ਮਾਂ ਨਾ ਮਰੇ, ਇਹ ਬਿਲਕੁਲ ਹਕੀਕਤ ਹੈ। ਆਓ ਮਾਂ ਦੀ ਗੱਲ ਤੋਂ ਮੇਰੇ ਯਾਦ ਆਇਆ, ਇੱਥੇ ਇੱਕ ਹੋਰ ਬਹੁਤ ਵੱਡੀ ਮਾਣਮੱਤੀ ਸ਼ਖਸੀਅਤ ਹੈ, ਤੂਫਾਨ ਬੀਲਾ ਸਾਹਿਬ, ਮੁਖਤਿਆਰ ਸਿੰਘ ਜੀ ਤੂਫਾਨ ਬੀਲਾ, ਜਿਨ੍ਹਾਂ ਨੇ ਕਦੇ ਮਾਂ ਦਾ ਦਿਲ ਆਪਣੀ ਕਲਮ ਦੇ ਵਿੱਚੋਂ ਲਿਖਿਆ ਔਰ ਦੁਨੀਆ ਦਾ ਉਹ ਮਸ਼ਹੂਰ ਢਾਡੀ ਗੁਰਬਖਸ਼ ਸਿੰਘ ਅਲਬੇਲਾ ਨੇ ਉਸ ਨੂੰ ਗਾਇਆ। ਆਓ ਉਹਨਾਂ ਨਾਲ ਵੀ ਅੱਜ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿ ਸ਼੍ਰੀ ਅਕਾਲ ਬੀਲਾ ਸਾਹਿਬ। ਤੁਸੀਂ ਵੀ ਇਸ ਪਰਿਵਾਰ ਦੀ ਨੇੜਤਾ ਚੋਂ ਆ ਜਾਂ ਤੁਹਾਡਾ ਇਸ ਪਰਿਵਾਰ ਨਾਲ, ਤੁਸੀਂ ਇੱਕ ਢਾਡੀ ਹੋਣ ਦੇ ਨਾਤੇ ਤੁਹਾਡਾ ਨਾਮ ਵੀ ਬਹੁਤ ਹੈ, ਤੁਹਾਡਾ ਇਸ ਪਰਿਵਾਰ ਨਾਲ ਕੀ ਰਿਸ਼ਤਾ ਨਾਤਾ ਹੈ, ਕੀ ਨੇੜਤਾ ਹੈ? ਅਸੀਂ ਜਦੋਂ ਪ੍ਰੋਗਰਾਮਾਂ ਤੇ ਜਾਣਾ ਤਕਰੀਬਨ ਬਹੁਤ ਵਾਰੀ ਅਸੀਂ ਇਕੱਠੇ ਹੋ ਜਾਣਾ। ਇਹਦੀ ਲਿਸਟ ਮੈਨੂੰ ਬੜੀ ਸੋਹਣੀ ਲੱਗਣੀ ਤੇ ਮੇਰੀ ਲਿਸਟ ਨੂੰ ਬਚਿੱਤਰ ਸਿੰਘ ਬੜਾ ਅੱਛਾ ਸਮਝਦਾ ਸੀ। ਸਾਡਾ ਬਸ ਕੁਦਰਤੀ ਐਸਾ ਹੀ ਮੇਲ ਹੋਇਆ ਵੀ ਇਹ ਵਧੀਆ ਰੇਟਰ ਹੈ। ਸਟੇਜਾਂ ਤੇ ਬਹੁਤ ਇਕੱਠੇ ਹੋਣਾ ਤੇ ਸਾਡੀ ਇੰਨੀ ਮਿੱਤਰਤਾ ਵੱਧ ਗਈ, ਫਿਰ ਅਸੀਂ ਮਿਲਦੇ ਗਿਲਦੇ ਵੀ ਰਹਿਣਾ। ਤੇ ਅੱਜ ਬੜਾ ਸੁਭਾਗਾ ਦੇਣਾ, ਅੱਜ ਫਿਰ ਬਹੁਤ ਦੇਰ ਬਾਅਦ ਉਹਨਾਂ ਦੇ ਗ੍ਰਹਿ ਵਿਖੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਤੁਸੀਂ ਕਿੰਨਾ ਸਮਾਂ ਇਹਨਾਂ ਦੇ ਨਾਲ, ਬਚਿੱਤਰ ਸਿੰਘ ਜੀ ਨਾਲ ਗੁਜ਼ਾਰਿਆ? ਦੁਨੀਆ ਤੋਂ ਜਾਣ ਤੋਂ, ਬਚਿੱਤਰ ਸਿੰਘ ਜੀ ਦੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਕਿੰਨਾ ਸਮਾਂ ਤੁਸੀਂ ਨਾਲ ਰਹੇ? ਇਹਨਾਂ ਦੇ ਜਾਣ ਤੋਂ ਪਹਿਲਾਂ ਤਕਰੀਬਨ ਆਮ ਮੇਲਿਆਂ ਤੇ ਜਦੋਂ ਜਾਣਾ ਮਿਲਦੇ ਹੀ ਰਹਿਣਾ। ਅਸੀਂ ਬਹੁਤ ਸਾਲ ਹੀ, ਤੇ ਹੁਣ ਇਹਨਾਂ ਦੀ ਮੌਤ ਤੋਂ ਬਾਅਦ ਤਕਰੀਬਨ ਮੈਂ ਬਿਮਾਰ ਜਿਹਾ ਹੋ ਗਿਆ ਤੇ ਫਿਰ ਮੈਨੂੰ ਯਾਨੀ ਮਿਲਣ ਦਾ ਮੌਕਾ ਨਹੀਂ ਮਿਲਿਆ, ਪਰਿਵਾਰ ਨੂੰ ਮਿਲਣ ਦਾ ਮੌਕਾ ਵੀ ਨਹੀਂ ਮਿਲਿਆ ਸੀ ਮੈਨੂੰ। ਦਰਸ਼ਕੋ, ਆਪਣੇ ਕੋਲੇ ਸਮਾਂ ਵੀ ਸੀਮਿਤ ਹੈ ਤੇ ਮੁਖਤਿਆਰ ਸਿੰਘ ਜੀ ਤੂਫਾਨ ਬੀਲਾ ਉਹ ਸ਼ਖਸੀਅਤ ਹੈ ਜਿਹਨੂੰ ਦੁਨੀਆ ਦੇ ਨਾਮਵਰ ਢਾਡੀਆਂ ਨੇ ਗਾਇਆ, ਜਿਵੇਂ ਬੱਦੋਵਾਲ ਵਾਲੀਆਂ ਬੀਬੀਆਂ, ਅਜੈਬ ਸਿੰਘ ਅਣਕੀ ਸਿੰਘੋਲਹਿਰੀ, ਤਰਸੇਮ ਸਿੰਘ ਮੋਰਾਂ ਵਾਲੀ ਜਿਹੜਾ ਅੱਜ ਇੰਟਰਨੈਸ਼ਨਲ ਢਾਡੀ ਹੈ, ਉਹਨਾਂ ਨੂੰ ਵੀ ਕਲਮ ਦੇਣ ਵਾਲੇ ਮੁਖਤਿਆਰ ਸਿੰਘ ਜੀ ਤੂਫਾਨ ਬੀਲਾ ਨੇ। ਆਓ ਮੈਂ ਚਾਹੂੰਗਾ ਬੀਲਾ ਸਾਹਿਬ ਤੋਂ ਬੇਨਤੀ ਕਰੂੰਗਾ ਕਿ ਇੱਕ ਰਚਨਾ ਜਿਹੜੀ ਇਹਨਾਂ ਦੇ ਦਿਲ ਦੇ ਕਰੀਬ ਹੈ ਉਹ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਵੇ। ਮੈਂ ਪਹਿਲੀ ਵਾਰ ਜਦੋਂ ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਚੱਲਦਾ ਸੀ, ਬਾਬਾ ਜੀ ਹੋਰਾਂ ਨੇ ਸ਼ੁਰੂ ਕੀਤਾ ਸੀ, ਪਹਿਲੀ ਵਾਰ ਜਦੋਂ ਉਸ ਨਗਰ ਕੀਰਤਨ ਦੇ ਵਿੱਚ ਗਿਆ ਤਾਂ ਨਿਹੰਗ ਖਾਂ ਦੀ ਹਵੇਲੀ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਇਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਰਨ ਪਾਏ ਤੇ ਜਿੱਥੇ ਵਿੱਚ ਸਿੰਘ ਜ਼ਖਮੀ ਦੀ ਮੁਮਤਾਜ਼ ਨੇ ਮੱਲਮ ਪੱਟੀ ਕੀਤੀ। ਉਸ ਵੇਲੇ ਜਦੋਂ ਮੈਂ ਗਿਆ ਪੜਾ ਆਪਣੇ ਆਪ ਨੂੰ ਭਾਗਾਵਾਨ ਸਮਝਿਆ ਵੀ ਦੇਖਣੀ ਹੈ। ਜਦੋਂ ਹਵੇਲੀ ਵੇਖੀ ਖੰਡਰੇ ਹੋਈ ਤੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ। ਫਿਰ ਮੈਂ ਉੱਥੇ ਚਾਰ ਲੈਣਾ ਉੱਥੇ ਹੀ ਲਿਖਣਾ, ਨਿਹੰਗ ਖਾਂ ਦੀ ਪਾਕ ਹਵੇਲੀ ਨਹੀਂ ਤੇਰੇ ਵੇਖਣ ਦੀ ਬੜੀ ਸੀ ਭੁੱਖ ਮੈਨੂੰ, ਜਦੋਂ ਵੇਖਿਆ ਅੱਖਾਂ ਵਿੱਚ ਆਏ ਹੰਝੂ ਹੋਇਆ ਖੁਸ਼ੀ ਦੀ ਜਗ੍ਹਾ ਤੇ ਦੁੱਖ ਮੈਨੂੰ। ਬੈਰੀ ਲੱਭਦੇ ਜਦੋਂ ਦਸ਼ਮੇਸ਼ ਨੂੰ ਸੀ ਚਾਰੇ ਪਾਸੇ ਤਲਾਸ਼ ਪਈ ਕਰਨ ਅੜੀਏ, ਉਦੋਂ ਬੁੱਕਲ ਦੇ ਵਿੱਚ ਲਕੋ ਲਿਆ ਤੂੰ ਦਿੱਤੀ ਗੁਰਾਂ ਨੂੰ ਡਿੱਗ ਤੇ ਸ਼ਰਨ ਅੜੀਏ।
ਚੰਨ ਪਾ ਛੋ ਪਾ ਕੇ 10ਵੇਂ ਪਾਤਸ਼ਾਹ ਦੀ ਤੂੰ ਤਾਂ ਰਹਿਣਾ ਸੀ ਸਦਾ ਆਬਾਦ ਅੜੀਏ, ਤੈਨੂੰ ਵੇਖ ਕੇ ਸੀਨੇ ਚੋਂ ਲਾਤ ਨਿਕਲੇ, ਤੂੰ ਤਾਂ ਪਈਆਂ ਹੋਈ ਬਰਬਾਦ ਅੜੀਏ। ਕਿਸੇ ਬਿਰਧ ਬਜ਼ੁਰਗ ਦੇ ਜਿਸਮ ਵਾਂਗੂ ਨਿੱਤ ਢਹੀ ਜਾਂਦੀ, ਨਿੱਤ ਖਰੀ ਜਾਂਦੀ, ਪਸ਼ੂਆਂ ਵਾਲੇ ਵੀ ਤੈਥੋਂ ਆ ਘਰ ਚੰਗੇ, ਤੇਰੀ ਇੰਨੀ ਬੇਕਦਰੀ ਨਹੀਂ ਜਰੀ ਜਾਂਦੀ। ਕੀ ਕਰਾਂ ਜੇ ਕਿਤੇ ਅਮੀਰ ਹੋਵਾਂ, ਸਾਰੀ ਪੂੰਜੀ ਹੀ ਤੇਰੇ ਤੇ ਲਾਦਾ ਮੈਂ। ਇੱਟ ਚੋਂ ਖਿੰਡੀ ਹੈ ਪਈ ਤੇਰੀ, ਪਰ ਇੱਟ ਚੋਂ ਖਿੰਡੀ ਹੈ ਪਈ ਤੇਰੀ, ਨਵੇਂ ਸਿਰੇ ਤੋਂ ਫੇਰ ਚਣਵਾ ਦਿਆਂ ਮੈਂ। ਚਾਂਦੀ ਢਾਲ ਸੀਮੈਂਟ ਦੀ ਜਗ੍ਹਾ ਲਾਵਾਂ, ਉੱਤੇ ਸੋਨੇ ਦਾ ਲੇਪ ਕਰਵਾ ਦਿਆਂ ਮੈਂ। ਕੀ ਕਰੇ ਮਜ਼ਬੂਤ ਤੂਫਾਨ ਬਿਲਾ ਪਾਸੇ ਸ਼ੀਸ਼ੇ ਦੀ ਕੰਧ ਬਣਵਾ ਦਿਆਂ। ਗੁਰੂ ਗੋਬਿੰਦ ਸਿੰਘ ਦੇ ਉਸ ਇਤਿਹਾਸਕ ਸਮੇਂ ਦੀ ਗਾਥਾ ਦਰਸ਼ਕਾਂ ਦੇ ਸਾਹਮਣੇ ਤੂਫਾਨ ਬਿੱਲਾ ਸਾਹਿਬ ਨੇ ਰੱਖੀ ਹੈ, ਪਰ ਅੱਜ ਉਹ ਸਾਰਾ ਇਤਿਹਾਸ ਸਾਡਾ ਛੁਪ ਚੁੱਕਿਆ। ਇਹ ਸੱਚ ਦੀਆਂ ਗੱਲਾਂ ਨੇ। ਆਓ ਮੈਂ ਬੇਨਤੀ ਕਰਾਂ, ਬਚਿੱਤਰ ਸਿੰਘ ਜੀ ਰਸੂਲਪੁਰੀ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਬੇਟੇ ਹਰਦੀਪ ਸਿੰਘ ਜੀ ਪੱਪੂ, ਜੋ ਪਹਿਲਾਂ ਕਦੇ ਗੀਤਕਾਰੀ ਕਰਦੇ ਸੀ ਔਰ ਕਲਾਕਾਰੀ ਵੀ ਕਰਦੇ ਰਹੇ, ਉਹਨਾਂ ਨਾਲ ਮਿਲਾਉਣ ਦੇ ਯਤਨ ਕਰਦੇ ਆ। ਅੱਜ ਗੁਰੂ ਦੀ ਕਿਰਪਾ ਨਾਲ ਕਲਾਕਾਰੀ ਛੱਡ ਕੇ ਕੀਰਤਨ ਕਰ ਰਹੇ ਨੇ, ਗੁਰੂ ਦੀ ਬਾਣੀ ਪੜ੍ਹ ਰਹੇ ਨੇ। ਆਓ ਹਰਦੀਪ ਸਿੰਘ ਪੱਪੂ ਜੀ ਨਾਲ ਮਿਲਾਉਣ ਦੇ ਯਤਨ ਕਰਦੇ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਪਿਤਾ ਜੀ ਨੇ ਕਵਿਸ਼ਰੀ ਕੀਤੀ, ਗੀਤ ਵੀ ਲਿਖੇ ਔਰ ਕਵਿਸ਼ਰੀਆਂ ਗਾਈਆਂ ਵੀ, ਹੋ ਸਕਦਾ ਗੀਤ ਵੀ ਗਾਏ ਹੋਣ। ਤੁਹਾਨੂੰ ਵੀ ਚੇਟਕ ਮੈਂ ਸੁਣਿਆ ਇਹ ਲੱਗੀ ਆ, ਤਾਂ ਤੁਸੀਂ ਵੀ ਗਾਇਆ ਕੁਝ ਟਾਈਮ। ਤਾਂ ਕਿੰਨਾ ਸਮਾਂ ਤੁਸੀਂ ਸਟੇਜਾਂ ਤੇ ਗੀਤ ਗਾਏ? ਮੈਂ ਤੀਜੀ ਜਮਾਤ 'ਚ ਪੜ੍ਹਦਾ ਸੀ ਜਦੋਂ ਮੈਂ ਤੂੰਬੀ ਵਜਾਉਣ ਲੱਗ ਪਿਆ ਜੀ। ਉਹ ਵੀ ਤੂੰਬੀ ਮੈਂ ਆਪਣੇ ਪਿਤਾ ਤੋਂ ਚੋਰੀ ਕੱਢਦਾ ਹੁੰਦਾ ਸੀ, ਉਹਨਾਂ ਦੀ ਤੂੰਬੀ, ਕਿਤੇ ਉਹ ਮੈਨੂੰ ਵੇਖ ਨਾ ਲੈਣ। ਜੀ। ਕੋਈ ਪਤਾ ਨਹੀਂ ਸੀ। ਉਸ ਬਾਲ ਸਭਾ ਦੇ ਵਿੱਚ ਵੀ ਮੈਂ ਚੋਰੀ ਲੈ ਕੇ ਜਾਂਦਾ ਹੁੰਦਾ ਸੀ। ਮੇਰੇ ਟੀਚਰਾਂ ਨੂੰ ਪਤਾ ਸੀ, ਪਿਤਾ ਜੀ ਨੂੰ ਕੋਈ ਪਤਾ ਨਹੀਂ ਸੀ। ਤੁਹਾਡੇ ਪਰਿਵਾਰ ਚੋਂ ਸਾਜ਼ ਤੇ ਆਵਾਜ਼ ਤੁਹਾਨੂੰ ਮਿਲੀ ਹੈ, ਤੇ ਫਿਰ ਤੁਸੀਂ ਚੋਰੀ, ਮੈਂ ਇੱਕ ਸਵਾਲ ਕਰਨਾ ਚਾਹੁੰਦਾ, ਤੁਸੀਂ ਚੋਰੀ ਕਿਉਂ ਕੀਤੀ? ਉਹ ਜੀ ਬਚਪਨ ਦੇ ਵਿੱਚ ਮੈਂ ਡਰਦਾ ਸੀ ਕਿ ਕਿਤੇ ਮੇਰੇ ਐਨ ਕਹਿਣਗੇ ਮੇਰੀ ਤੂੰਬੀ ਦੀ ਤਾਰ ਤੋੜ ਦੇਗਾ ਤੂੰ। ਉਹਨੂੰ ਪਤਾ ਹੀ ਨਹੀਂ ਸੀ ਵੀ ਤੂੰਬੀ ਵਜਾ ਲੈਂਦਾ ਹੈ, ਪਤਾ ਮੇਰੇ ਟੀਚਰਾਂ ਨੂੰ ਸੀ। ਠੀਕ ਹੈ। ਟੀਚਰਾਂ ਨੇ ਆ ਕੇ ਫਿਰ ਮੇਰੇ ਪਿਤਾ ਜੀ ਨੂੰ ਦੱਸਿਆ ਵੀ ਤੇਰਾ ਮੁੰਡਾ ਬਹੁਤ ਵਧੀਆ ਗਾਇਕ ਆ, ਇਹਦੀ ਬਾਂਹ ਫੜ। ਫਿਰ ਉਹਨਾਂ ਨੇ ਮੇਰੀ ਬਾਂਹ ਫੜੀ, ਅੱਗੇ ਸ਼ੁਰੂਆਤ ਕੀਤੀ। ਫਿਰ ਤੁਸੀਂ ਗਾਇਕੀ ਦੀ ਜਦੋਂ ਸ਼ੁਰੂਆਤ ਕੀਤੀ, ਸ਼ਾਰਟਕਟ ਦੇ ਵਿੱਚ ਦੱਸਿਓ ਕਿੰਨਾ ਸਮਾਂ ਗੀਤ ਗਾਏ? ਤਕਰੀਬਨ ਜੀ 84 ਤੋਂ ਪਹਿਲਾਂ ਹੀ ਬਸ ਥੋੜਾ ਸਮਾਂ ਗਾਇਆ। ਥੋੜਾ ਸਮਾਂ ਮਿਲਿਆ ਸਾਨੂੰ ਗਾਉਣ ਦਾ, ਬਹੁਤਾ ਸਮਾਂ ਸਾਨੂੰ ਮਿਲਿਆ ਨਹੀਂ। ਉਦੋਂ ਬਸ ਮਾਹੌਲ ਖਰਾਬ ਹੋ ਗਿਆ। ਅੱਛਾ ਅੱਛਾ। ਫਿਰ ਤਾਂ ਗਾਇਕੀ ਦਾ ਸਮਾਂ ਨਹੀਂ ਰਿਹਾ। ਉਸ ਸਮੇਂ ਦੇ ਵਿੱਚ ਸਾਡੇ ਪਿੰਡ ਗੁਆਂਢ ਪਿੰਡ ਕੌਂਕੀ ਕਲਾਂ ਬਾਬੇ ਰੂਪ ਦਾ ਮੇਲਾ ਲੱਗਦਾ ਸੀ। ਇੱਥੇ ਮੈਂ ਬਹੁਤ ਮਸ਼ਹੂਰ ਹੋ ਚੁੱਕਾ ਸੀ। ਇੱਥੇ ਮੁਹੰਮਦ ਸਦੀਕ ਰਣਜੀਤ ਕੌਰ, ਉਹਨਾਂ ਦੀ ਸਟੇਜ ਤੇ ਮੈਂ ਉਹਨਾਂ ਤੇ ਵੀ ਇਨਾਮ ਇੱਕ ਜਿੱਤਿਆ। ਕੁਲਦੀਪ ਮਾਨ ਸਾਹਿਬ ਤੋਂ ਵੀ ਫਸਟ ਹੀ ਰਿਹਾ। ਫਿਰ ਪਿੰਡ ਨੇ ਫੈਸਲਾ ਕਰਕੇ ਇੱਥੇ ਸਾਨੂੰ ਪੱਗ ਦਿੱਤੀ ਡੇਰੇ ਦੀ, ਮੇਰੇ ਪਿਤਾ ਜੀ ਕੋਲ ਪੱਗ ਰਹੀ ਕਾਫੀ ਸਮਾਂ। ਫਿਰ ਇੱਥੇ ਵੀ ਮਾਹੌਲ ਖਰਾਬ ਹੋਣ ਤੋਂ ਬਾਅਦ ਦੇ ਵਿੱਚ ਚਲੋ ਫਿਰ ਖਤਮ ਹੁੰਦਾ 96 'ਚ ਮੇਰੀ ਮੈਰਿਜ ਹੋ ਗਈ। ਮੈਰਿਜ ਤੋਂ ਬਾਅਦ ਦੇ ਵਿੱਚ ਬਸ ਮੇਰੀ ਪਤਨੀ ਤੇ ਅਸੀਂ ਫੈਸਲਾ ਕਰ ਲਿਆ ਵੀ ਹੁਣ ਅਸੀਂ ਗੁਰੂ ਦੇ ਲੜ ਲੱਗਣਾ, ਇਹ ਚੀਜ਼ ਨੂੰ ਛੱਡ ਕੇ। ਫਿਰ ਸਾਨੂੰ ਸੰਤੁਸ਼ਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਕੀਤੀ। ਦੇਖੋ ਦਰਸ਼ਕੋ, ਕਿਤੇ ਨਾ ਕਿਤੇ ਬਚਿੱਤਰ ਸਿੰਘ ਜੀ ਰਸੂਲਪੁਰੀ ਉਹ ਵੀ ਗੀਤਕਾਰੀ ਕਰਦੇ ਰਹੇ, ਗੀਤ ਵੀ ਲਿਖਦੇ ਰਹੇ, ਗਾਉਂਦੇ ਵੀ ਰਹੇ, ਕਵਿਸ਼ਰੀਆਂ ਵੀ ਕਰਦੇ ਰਹੇ, ਤਾਂ ਗੁਰੂ ਦੇ ਲੜ ਲੱਗੇ। ਉਹਨਾਂ ਦਾ ਬੇਟਾ ਹਰਦੀਪ ਸਿੰਘ ਪੱਪੂ, ਜਿਨ੍ਹਾਂ ਨੇ 84 ਤੋਂ ਪਹਿਲਾਂ ਭਾਵੇਂ ਕਿ ਗੀਤ ਗਾਏ, 84 ਦੇ ਦਰਦ ਨੂੰ ਦੇਖਦੇ ਆ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਗੁਰੂ ਨਾਨਕ ਦੀ ਬਾਣੀ ਦੇ ਲੜ ਲੱਗਾਂਗੇ। ਤਾਂ ਤੁਸੀਂ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਨੂੰ ਕਿਵੇਂ ਦੇਖਦੇ ਹੋ? ਕਿ ਤੁਹਾਡੀ ਉਸ ਪਾਸੇ ਸੰਤੁਸ਼ਟੀ ਜ਼ਿਆਦਾ ਸੀ ਜਾਂ ਇਸ ਪਾਸੇ ਜ਼ਿਆਦਾ ਹੈ? ਕਿਵੇਂ ਦੇਖਦੇ ਹੋ? ਸੰਤੁਸ਼ਟੀ ਤਾਂ ਜੀ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਹੀ ਆ ਕੇ ਮਿਲਦੀ ਹੈ। ਸੰਤੁਸ਼ਟੀ ਤਾਂ ਹੁਣ ਮਿਲੀ ਹੈ, ਪਹਿਲਾਂ ਤਾਂ ਸੰਤੁਸ਼ਟੀ ਨਹੀਂ ਸੀ। ਨਾਲੇ ਕਹਿੰਦੇ ਸੰਗੀਤ ਰੂਹ ਦੀ ਖੁਰਾਕ ਹੁੰਦੀ ਹੈ, ਪਰ ਤੁਸੀਂ ਕਹਿ ਰਹੇ ਸੰਤੁਸ਼ਟੀ ਹੁਣ ਮਿਲੀ ਹੈ। ਸੰਗੀਤ ਤਾਂ ਸੀ ਜੀ, ਸੰਗੀਤ ਪਤਾ ਕੀ ਸੀ, ਇੱਕ ਤਾਂ ਸੰਤੁਸ਼ਟੀ ਸਾਡੀ ਸੰਗੀਤ ਨੇ ਆਉਂ ਖਰਾਬ ਕਰਤੀ ਵੀ ਜਿਹੜੀ ਸਾਡੀ ਗਾਇਕੀ ਸੀਗੀ, ਸਾਡੇ ਸੁਪਨੇ ਪੂਰੇ ਨਹੀਂ ਹੋ ਸਕੇ। ਉਹ ਪੂਰੇ ਨਾ ਹੋਣ ਦੇ ਨਾਤੇ
ਇਹ ਸੰਗੀਤ ਲੈਣ ਫਿਰ ਥੋੜੀ ਜਿਹੀ ਅਮੀਰ ਵਿਰਸੇ ਵਿੱਚ ਆ ਗਈ, ਕਿਉਂਕਿ ਪੈਸੇ ਵਾਲਿਆਂ ਦੇ ਹੱਥ ਆ ਗਈ ਤੇ ਅਸੀਂ ਕੁਝ ਨਹੀਂ ਕਰ ਸਕੇ। ਇਸ ਕਰਕੇ ਸੰਗੀਤ ਲੈਣ ਨਾਲ ਫਿਰ ਮੈਂ ਕੀਰਤਨ ਰਾਹੀਂ ਜੁੜਿਆ, ਉਹ ਵੀ ਸੰਗੀਤ ਆ। ਹੁਣ ਤੁਸੀਂ ਆਪਣੀ ਜ਼ਿੰਦਗੀ ਤੋਂ ਪੂਰੇ ਸੰਤੁਸ਼ਟ ਹੋ? ਹਾਂਜੀ, ਤਾਂ ਪੂਰੇ। ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ, ਆਉਣ ਵਾਲੇ ਜਿਹੜੇ ਸਾਡੇ ਬੱਚੇ ਨੇ, ਜਿਹੜੇ ਸਿੱਖੀ ਤੋਂ ਪਤਿਤ ਹੋ ਰਹੇ ਆ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗਾ ਜੀ, ਸਮਾਂ ਹੈ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਗੁਰੂ ਦੀ ਬਾਣੀ ਤੇ ਵਿਸ਼ਵਾਸ ਰੱਖੋ, ਬਸ ਇਹਨੂੰ ਗਾਓ, ਕੀਰਤਨ ਕਰੋ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਨਾਲ ਗੁਰਮੁਖ ਜਪੀਏ ਲਾਇ ਤੇ। ਤੁਸੀਂ ਬੱਚਿਆਂ ਨੂੰ ਆਪ ਵੀ ਕੁਛ ਨਾ ਕੁਛ ਸਿਖਾ ਰਹੇ ਹੋ, ਕੀਰਤਨ ਪ੍ਰੇਰਨਾ ਦੇ ਰਹੇ ਹੋ? ਮੇਰੇ ਆਪਣੇ ਬੱਚਿਆਂ ਨੂੰ ਜੀ, ਜੋ ਵੀ ਸੰਗਤ ਵਿੱਚ ਆਉਂਦੇ ਹਾਂ। ਪੰਜਾਬ ਦੇ ਬੱਚੇ ਜਾਂ ਜੋ ਵੀ ਸੰਗਤ ਵਿੱਚ ਆਉਂਦੇ ਆ? ਸੰਗਤ ਵਿੱਚ ਬਹੁਤ ਜ਼ਿਆਦਾ ਬੱਚਿਆਂ ਨੂੰ ਜ਼ਿਆਦਾ ਜੀ। ਹੁਣ ਵੀ ਉੱਥੇ ਜਾ ਕੇ ਜਿੱਥੇ ਮੈਂ ਡਿਊਟੀ ਕਰ ਰਿਹਾ ਗੁਰੂ ਘਰ, ਉੱਥੇ ਵੀ ਬੱਚੇ ਮੇਰੇ ਕੋਲ ਬਹੁਤ ਸਿੱਖ ਰਹੇ ਆ। ਸੋ ਦਰਸ਼ਕੋ, ਇਹ ਸਨ ਉਹ ਮਾਣਮੱਤੀਆਂ ਸ਼ਖਸੀਅਤਾਂ, ਭਾਵੇਂ ਕਿ ਬਚਿੱਤਰ ਸਿੰਘ ਰਸੂਲਪੁਰੀ ਜੀ ਔਰ ਉਹਨਾਂ ਦੇ ਉਸਤਾਦ ਅੱਜ ਦੁਨੀਆ ਵਿੱਚ ਨਹੀਂ, ਪਰ ਉਹਨਾਂ ਦੀ ਕਲਾਕਿਰਤੀ ਦੀ ਫੁਲਵਾੜੀ ਉਹਨਾਂ ਦੇ ਗੁਰ ਭਾਈ ਬਾਬਾ ਜੀ ਔਰ ਉਹਨਾਂ ਦੇ ਨਾਲ ਚੱਲਣ ਵਾਲੇ ਮੁਖਤਿਆਰ ਸਿੰਘ ਜੀ ਤੂਫਾਨਵੀਲਾ ਢਾਡੀ ਅਤੇ ਉਹਨਾਂ ਦਾ ਬੇਟਾ, ਜਿਨੇ ਆਪਣੀ ਜ਼ਿੰਦਗੀ ਨੂੰ ਗੁਰੂ ਨਾਨਕ ਦੀ ਬਾਣੀ ਨਾਲ ਜੋੜ ਕੇ ਅੱਜ ਇਹ ਕਿਹਾ ਕਿ ਮੈਨੂੰ ਸਫਲਤਾ ਮਿਲੀ ਹੈ, ਮੈਂ ਸੰਤੁਸ਼ਟ ਹਾਂ। ਇਹ ਉਹ ਫੁਲਵਾੜੀ, ਇਹ ਉਹ ਪਰਿਵਾਰ ਜਿਨ੍ਹਾਂ ਨਾਲ ਅੱਜ ਸਾਨੂੰ ਬੈਠ ਮਿਲ ਕੇ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਸੋ ਮੈਂ ਆਪਣੀ ਪੰਜਾਬ ਬੋਲਦਾ ਸਾਰੀ ਟੀਮ ਵੱਲੋਂ ਸਾਰੇ ਇਹਨਾਂ ਦਰਸ਼ਕਾਂ ਦਾ ਔਰ ਪਰਿਵਾਰ ਦਾ ਧੰਨਵਾਦ ਕਰਦਾ ਹੋਇਆ ਇਜਾਜ਼ਤ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।